हेलो एवरीवन एंड वेलकम बैक टू माय चैनल। तो मेरे नानू नानी दोनों आए हुए हैं तो एक्चुअली थोड़े दिनों से जान भी वाले हैं एंड मैं उन्होंने बहुत मिस करांगी। बट द थिंग इज़ मेरे नानू जी सानू बहुत इंटरेस्टिंग स्टोरीज दसते हैं। मतलब वो पाकिस्तान तो आए सी तो किवें आए की किता इत्थे, दे आर वेरी फैसिनेटिंग। तो सानू सारे नू दसदे एंड वी गेट रियली एक्साइटेड। तो मैं सोचा कि नानू जी तुसी कुछ स्टोरी साडे नाल इत्थे शेयर करना चाहोगे? मतलब क्यों नहीं तो फिर नानू जी दसो ਤੁਸੀਂ ਕਿੱਥੋਂ ਆਏ? 47 ਦੇ ਵਿੱਚ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਟਵਾਰਾ ਹੋਇਆ ਹਾਂ ਤੇ ਉਸ ਵੇਲੇ ਅਸੀਂ ਪਾਕਿਸਤਾਨ ਸ਼ੇਖੂਪੁਰੇ ਸ਼ਹਿਰ ਦੇ ਵਿੱਚ ਰਹਿੰਦੇ ਸਾਂ। ਹਾਂ ਮੈਂ ਚੌਥੀ ਚ ਪੜ੍ਹਦਾ ਸਾਂ ਉਦੋਂ ਤੇ ਲਗਭਗ ਮੇਰੀ ਉਮਰ 10 ਸਾਲ ਦੀ ਸੀ। 10 ਸਾਲ ਦੀ। ਉਦੋਂ ਰੌਲੇ ਪੈ ਗਏ ਤੇ ਪਹਿਲਾਂ ਹੀ ਹਫਤਾ 10 ਦਿਨ ਪਤਾ ਰੌਲੇ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਵੀ ਰੌਲਾ ਪੈਂਦਾ ਪਿਆ ਤੇ ਸਾਨੂੰ ਆਪਣੇ ਮਾਤਾ ਪਿਤਾ ਨੇ ਨਾ ਕੁਝ ਬੰਦਿਆਂ ਨੂੰ ਸਾਨੂੰ ਆਪਣੇ ਨਾਨਕੇ ਭੇਜ ਦਿੱਤਾ ਸੰਤਪੁਰਾ ਬਾਵਿਆਂ ਦਾ। ਅੱਛਾ ਅਸੀਂ ਉੱਥੇ ਚਲੇ ਗਏ, 3 ਭਰਾ 2 ਭੈਣਾਂ ਨਾਲ 2 ਭਰਜਾਈਆਂ, ਬਾਕੀ ਟੱਬਰ ਜਿਹੜਾ ਸੀ ਨਾ ਸਾਰਾ ਉਹ ਸ਼ੇਖਪੁਰੇ ਸ਼ਹਿਰ 'ਚ ਰਿਹਾ। ਸਾਡਾ ਮਕਾਨ ਸੀ ਬੜਾ ਤਗੜਾ, ਪਿਤਾ ਜੀ ਮੇਰੇ ਪਟਵਾਰੀ ਸਨ ਉੱਥੇ। ਅੱਛਾ ਉਸ ਤੋਂ ਬਾਅਦ ਗੋਲੀ ਲੁੱਟਮਾਰ ਸ਼ੁਰੂ ਹੋ ਗਈ ਤੇ ਸਾਰਾ ਅੱਗਾਂ ਲਾਣੀਆਂ ਸ਼ੁਰੂ ਕਰਤੀਆਂ ਤੇ ਸਾਰੇ ਜਿਹੜੇ ਹਿੰਦੂ ਸੀ ਉਹ ਉਹਨਾਂ ਨੇ ਕਿਹਾ ਵੀ ਨਿਕਲ ਜਾਓ ਇੱਥੋਂ। ਉਹ ਸਾਰੇ ਉੱਥੋਂ ਭੱਜੇ ਤੇ ਵੱਖਰੇ ਜਿਹੜੇ ਸੀ ਨਾ ਕੋਈ 2 ਕਿਤੇ ਭੱਜ ਗਏ, 3 ਕਿਤੇ ਭੱਜ ਗਏ, 4 ਕਿਤੇ ਭੱਜ ਗਏ ਤੇ ਉਹ ਵੱਖਰੇ ਅਸੀਂ ਟੱਬਰ ਅਸੀਂ ਘੱਟ ਤੋਂ ਘੱਟ 12 ਜੀ ਸਾਂ, 11-12 ਕਰਦੇ ਟੱਬਰ ਜੀ ਸਾਂ। ਤੁਸੀਂ ਮਤਲਬ 10 ਭੈਣ ਭਰਾ ਸੀਗੇ? ਹਾਂ 5 ਭਰਾ ਤੇ 4 ਭੈਣਾਂ। ਅੱਛਾ ਤੇ 2 ਮਾਤਾ ਪਿਤਾ। ਅੱਛਾ ਇੱਕ ਮਾਂ ਸਾਡੀ ਤੇ ਇੱਕ ਭੈਣ ਤੇ ਇੱਕ ਭਰਾ, ਇਹ ਵੱਖਰਾ ਹੋ ਗਿਆ। ਪਿਤਾ ਜੀ ਤੇ ਸਾਡਾ ਇੱਕ ਭਰਾ ਮੇਰੇ ਨਾਲ ਵੱਡਾ ਸੀ, ਉਹ ਵੱਖਰਾ ਹੋ ਗਿਆ। ਅਸੀਂ ਨਾਨਕੇ 'ਚ ਬੈਠੇ ਸਾਂ 4-5। ਅੱਛਾ ਉਸ ਤੋਂ ਬਾਅਦ ਜ਼ਿਆਦਾ ਜਿਸ ਵੇਲੇ ਰੌਲਾ ਪਿਆ ਤੇ ਇਹ ਪਿਤਾ ਜੀ ਸਾਡੇ ਤੇ ਵੱਡਾ ਭਰਾ ਜਿਹੜਾ ਸੀ ਨਾ ਇਹ ਉੱਥੇ ਨਾਨਕੇ ਆ ਗਏ। ਹਾਂ ਇਹ ਉੱਥੇ ਰਾਤ ਨੂੰ ਗੋਲੀ ਚੱਲ ਗਈ ਤੇ ਇਹ ਉੱਥੇ ਇੱਕ ਜਗ੍ਹਾ ਤੇ ਜਾ ਕੇ ਰੁਕੇ ਤੇ ਉੱਥੇ ਵੀ ਉਹ ਆ ਗਏ ਪੁਲਿਸ ਲੁੱਟਣ ਮਾਰਨ ਵਾਲੇ। ਉਹਨਾਂ ਲੁੱਟਮਾਰ ਸ਼ੁਰੂ ਕਰਤੀ ਤੇ ਪਿਤਾ ਜੀ ਸਾਡੇ ਤੇ ਭਰਾ ਜਿਹੜੇ ਸੀਗੇ ਇਹ ਥੱਲੇ ਮੁਰਦਿਆਂ ਦੇ ਥੱਲੇ ਨੱਪੇ ਗਏ। ਰਾਤ ਸਾਰੀ ਉੱਥੇ ਰਹਿ, ਸਵੇਰੇ ਉੱਠਦੇ ਹੀ ਨਾ ਇਹ ਸਾਡੇ ਉੱਥੇ ਸੰਤਪੁਰੇ ਬਾਵਿਆਂ ਦੇ ਨਾਨਕੇ ਸਾਡੇ ਸੀ, ਉੱਥੇ ਆ ਗਏ। ਉੱਥੋਂ ਫਿਰ ਉਹ ਸਾਰਾ ਟੱਬਰ ਜਿਹੜਾ ਸੀ ਨਾ ਇਕੱਠਾ ਹੋ ਕੇ ਕਾਫਲਾ ਬਣ ਕੇ ਤੇ ਅਸੀਂ ਤੁਰ ਪਏ ਉੱਥੋਂ। ਮਾਂ ਸਾਡੀ ਵੱਖਰੀ, ਭੈਣ ਤੇ ਭਰਾ, ਇਹਦਾ ਸਾਨੂੰ ਕੋਈ ਪਤਾ ਨਹੀਂ ਵੀ ਕਿੱਥੇ ਸਨ। ਅੱਛਾ ਇਹ ਕਿਤੇ ਹੋਰ ਕੈਂਪ ਵਿੱਚ ਚਲੇ ਗਏ। ਅਸੀਂ ਉੱਥੋਂ ਫਿਰ ਪੈਦਲ ਲੁੱਟਮਾਰ ਉੱਥੇ ਵੀ ਸ਼ੁਰੂ ਹੋ ਗਈ, ਪਿੰਡਾਂ ਦੇ ਵਿੱਚ ਵੀ ਕਤਲ ਸ਼ੁਰੂ ਕਰਤਾ, ਲੋਕਾਂ ਨੇ ਵੱਢਣਾ ਸ਼ੁਰੂ ਕਰਤਾ, ਲੁੱਟਮਾਰ ਸ਼ੁਰੂ ਕਰਤੀ, ਅੱਗਾਂ ਲਾਣੀਆਂ ਸ਼ੁਰੂ ਕਰਤੀਆਂ। ਅਸੀਂ ਉੱਥੋਂ ਕਾਫਲਾ ਬਣ ਕੇ ਸਾਰੇ ਤੇ ਤੁਰ ਪਏ। ਉੱਥੋਂ ਤੁਰਦੇ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਆਉਣਾ। ਅਸੀਂ ਤਾਂ ਛੋਟੇ ਸਾਨੂੰ ਕੀ ਪਤਾ ਸੀ। ਉਹ ਹੌਲੀ ਪਤਾ ਲੱਗਾ ਵੀ ਇਹ ਸੱਚੇ ਸੌਦੇ ਇਹ ਕਾਫਲਾ ਜਾਣਾ। ਅੱਛਾ ਉਹ ਅੰਮ੍ਰਿਤਸਰ ਹੈਗਾ? ਹਾਂ ਸੱਚੇ ਸੌਦੇ ਤੋਂ ਕਾਫੀ ਦੂਰ ਸੀ ਕਾਫਲਾ। ਤਕਰੀਬਨ 1 ਹਫ਼ਤਾ ਅਸੀਂ ਰਾਤ ਨੂੰ ਪੈਦਲ ਹੀ ਤੁਰਦੇ ਰਹੇ। ਜਿੱਥੇ ਰਾਤ ਪੈਣੀ ਉੱਥੇ ਰਹਿ ਪੈਣਾ ਤੇ ਦਿਨੇ ਤੁਰ ਪੈਣਾ। ਅੱਛਾ ਪਿੰਡਾਂ ਦੇ ਵਿੱਚੋਂ ਸਾਨੂੰ ਰੋਟੀਆਂ ਰਾਟੀਆਂ ਉੱਥੋਂ ਦਿੰਦੇ ਰਹੇ, ਲੋਕੀ ਮਦਦ ਕਰਦੇ ਰਹੇ ਉਹਦੇ ਪਿੰਡਾਂ ਦੇ ਵਿੱਚ ਸਾਰੇ। ਤੇ ਉਸ ਤੋਂ ਬਾਅਦ ਅਸੀਂ ਹਫ਼ਤੇ ਕੇ 10 ਦਿਨਾਂ ਬਾਅਦ ਅਸੀਂ ਸੱਚੇ ਸੌਦੇ ਪਹੁੰਚ ਗਏ। ਪੈਦਲ ਚੱਲਦੇ ਹਾਂ ਪੈਦਲ ਹੀ ਚਲੇ ਗਏ। ਪੈਦਲ ਸੀਗੇ, ਛੋਟੇ ਹੈਗਾ ਸਾਂ ਸਾਨੂੰ ਤੇ ਉਹ ਰਾਹ 'ਚ ਕਿਤੇ ਘੋੜਾ ਇੱਕ ਸਾਡੇ ਮਾਮੇ ਦੇ ਕੋਲ ਹੈਗਾ ਸੀ। ਅਸੀਂ ਕਦੀ ਬੱਚੇ ਜਿਹੜੇ ਘੋੜੇ 'ਤੇ ਬਹਿ ਜਾਣ, ਕਦੀ ਵਾਰੀ ਕਰਕੇ ਤੇ ਫਿਰ ਤੁਰਦੇ ਰਹਿਣ, ਇਸ ਤਰ੍ਹਾਂ ਕਰਦੇ ਕਰਾਉਂਦੇ ਸੀ। ਪਤਾ ਹੀ ਨਹੀਂ ਲੱਗਾ ਕੋਈ ਕਿੰਨਾ ਕੁ ਸਫ਼ਰ ਸੀਗਾ। ਅਸੀਂ 7 ਦਿਨਾਂ ਦੇ ਵਿੱਚੋਂ ਕੰਪਲੀਟ ਕੀਤਾ। ਵਾਹ। ਉੱਥੇ ਫਿਰ ਕੈਂਪ ਲੱਗਾ ਸੀ। ਚਲੋ ਕੈਂਪ 'ਚ ਰਹਿਣਾ ਸ਼ੁਰੂ ਕਰਤਾ। ਉੱਥੇ ਪਤਾ ਲੱਗਾ ਵੀ ਉੱਥੋਂ ਗੱਡੀ ਆਏਗੀ ਹਿੰਦੁਸਤਾਨ 'ਚੋਂ ਤੇ ਇੱਥੇ ਸਾਨੂੰ ਉਹ ਲੈ ਜਾਣਗੇ ਉੱਥੋਂ। ਅੱਛਾ ਗੱਡੀ ਆਈ ਤੇ ਇੱਕ ਉਹ ਅਸੀਂ ਚੜ੍ਹਨ ਲੱਗੇ ਗੱਡੀ ਦੇ ਉੱਤੇ, ਉਹ ਗੋਲੀਆਂ ਉਹਨਾਂ ਚਲਾਤੀਆਂ। ਉਹਦੇ 'ਚ ਜਿਹੜੀ ਫੌਜ ਬੈਠੀ ਸੀ ਤੇ ਪਤਾ ਨਹੀਂ ਪਾਕਿਸਤਾਨ ਨੂੰ ਕੋਈ ਜਥਾ ਆ ਰਿਹਾ ਸੀਗਾ। ਅੱਛਾ ਉਹਨਾਂ ਨੇ ਗੋਲੀਆਂ ਚਲਾਣੀ ਸ਼ੁਰੂ ਕਰਤੇ। ਸਟੇਸ਼ਨ ਤੇ ਕਿੰਨੇ ਬੰਦੇ ਮਰ ਗਏ। ਅਸੀਂ ਤੇ ਪਰਾਂ ਭੱਜ ਗਏ, ਅਸੀਂ ਬਚ ਗਏ ਉੱਥੇ। ਉਸ ਤੋਂ ਬਾਅਦ ਪਤਾ ਸ਼ੁਰੂ ਕਰਦੇ ਰਹੇ ਵੀ ਗੱਡੀ ਕਦੋਂ ਜਾਣੀ ਹੈ। ਹਫ਼ਤੇ ਬਾਅਦ ਸਾਨੂੰ ਪਤਾ ਲੱਗਾ ਵੀ ਗੱਡੀ ਇੱਕ ਹੋਰ ਜਾਣੀ ਜੀ ਅੰਮ੍ਰਿਤਸਰ
ਤੇ ਜਿੰਨੇ ਜਾਣਾ ਅੰਮ੍ਰਿਤਸਰ ਤੇ ਤੁਸੀਂ ਆ ਜਾਓ। ਅੱਛਾ ਅਸੀਂ ਵੀ ਚਲੇ ਗਏ ਤੇ ਗੱਡੀ 'ਚ ਬਹਿ ਗਏ। ਗੱਡੀ ਭਾਰੀ ਗਈ ਜੀ, ਤੂੜੀ ਗਈ, ਤੂੜੀ ਜਿਵੇਂ ਤੂੜੀ ਭਰੀ ਦੀਆਂ ਗੱਡੀਆਂ 'ਚ, ਉੱਤੇ ਚੜ ਉੱਤੇ ਗੱਡੀ ਭਰ ਗਈ। ਛੱਤ ਤੇ ਵੀ ਲੋਕੀ ਚੜ ਗਏ, ਥੱਲੇ ਵੀ ਚੜ ਗਏ, ਲੰਮਕ ਗਏ, ਬੁਰੇ ਹਾਲ ਬਣ ਕੇ ਦਿਹਾੜੇ ਜਿਹਨੂੰ ਕਿਤੇ ਸੀਟ ਮਿਲੀ ਨਾ ਉਹ ਸਾਰੇ ਚੜ ਗਏ। ਚੜ੍ਹਦਿਆਂ ਗੱਡੀ ਸਾਰੀ ਲਾਹੌਰ ਪਹੁੰਚੀ। ਲਾਹੌਰ ਪਹੁੰਚੀ ਤੇ ਉੱਥੇ ਲਟੇਰੇ ਆ ਗਏ। ਉਹ ਕਹਿਣ ਲੱਗੇ ਜੀ ਅਸੀਂ ਗੱਡੀ ਵੱਢਣੀ ਹੈ। ਸਾਨੂੰ ਪਤਾ ਲੱਗਾ, ਅਸੀਂ ਛੱਤਾਂ 'ਤੇ ਬੈਠੇ ਹੋਏ ਸਾਂ। ਅੱਛਾ ਉਹ ਕਹਿਣ ਲੱਗੇ ਵੀ ਗੱਲ ਇਹ ਆ ਵੀ ਇਹ ਤੇ ਕੰਮ ਖਰਾਬ ਹੈ। ਉਹ ਉਧਰੋਂ ਇਹ ਹਿੰਦੁਸਤਾਨ ਨੂੰ ਗੱਡੀ ਆਈ ਹੈ, ਪਤਾ ਨਹੀਂ ਉਹਨਾਂ ਕੋਈ ਵੱਢੀ ਹੈ ਤੇ ਅਸੀਂ ਵੀ ਗੱਡੀ ਵੱਢਣੀ ਹੈ। ਤੇ ਸਾਡੇ ਨਾਲ ਹਿੰਦੁਸਤਾਨ ਦੀ ਕੁਝ ਫੌਜ ਸੀ ਨਾਲ ਬੈਠੀ ਹੋਈ ਹਵਾਇਤ ਵਾਸਤੇ। ਤੇ ਉਹ ਫਿਰ ਤਿਆਰ ਹੋ ਗਿਆ। ਉਹ ਕਹਿਣ ਲੱਗੇ ਵੀ ਗੱਲ ਵੀ ਪਹਿਲਾਂ ਸਾਨੂੰ ਮਾਰੋਗੇ ਤੇ ਫਿਰ ਗੱਡੀ ਨੂੰ ਅਸੀਂ ਮਾਰ ਦੇਣਾ, ਇਹ ਵੇਖ ਲਓ, ਜੇ ਅਸੀਂ ਮਰਾਂਗੇ ਤੇ ਨਾਲ ਤੁਹਾਡੇ ਵੀ ਬੰਦੇ ਅਸੀਂ ਛੱਡਣੇ ਨਹੀਂ ਜੇ। ਸਰ ਇਹ ਹੈ ਵੀ ਕਰਦਿਆਂ ਗੱਲਬਾਤ ਚੱਲਦੀ ਰਹੀ ਸਾਰੀ ਰਾਤ। ਗੱਡੀ ਸਾਡੀ ਉੱਥੇ ਖੁੱਲਦੀ ਰਹੀ। ਅਖੀਰ ਫੈਸਲਾ ਹੋਇਆ ਵੀ ਚਲੋ ਰਹਿਣ ਦਿਓ ਯਾਰ, ਗੱਡੀ ਨਾ ਵੱਢੋ। ਜੇ ਤੁਸੀਂ ਵੱਢ ਕੇ ਭੇਜੋਗੇ ਤੇ ਉਧਰੋਂ ਫਿਰ ਵੱਡੀਆਂ ਗੱਡੀਆਂ ਆਉਣਗੀਆਂ ਤੇ ਫਾਇਦਾ ਕੀ। ਤੇ ਚਲੋ ਗੱਡੀ ਜਾਂਦੀ ਪਈ ਤੁਸੀਂ ਜਾਣਦੇ। ਚਲੋ ਗੱਡੀ ਸਾਡੀ ਆ ਗਈ ਅੰਮ੍ਰਿਤਸਰ। ਅੰਮ੍ਰਿਤਸਰ ਆਏ ਤੇ ਇੱਥੇ ਅੱਗੇ ਲੱਗਾ ਸੀ ਮੇਲਾ ਲੱਗਾ ਜੀ, ਸਟੇਸ਼ਨ ਦੇ ਉੱਤੇ ਲੰਗਰ ਲੱਗੇ। ਗੁਰਦੁਆਰੇ ਵਾਲਿਆਂ ਨੇ ਬੜੇ ਲੰਗਰ ਉੱਥੇ ਲਾਏ ਤੇ ਮਿੱਠੀਆਂ ਰੋਟੀਆਂ ਤੇ ਵੰਡਦੇ ਪਏ ਸਨ। ਅਸੀਂ 5-4 ਦਿਨ ਤੇ ਭੁੱਖੇ ਸਾਂ। ਅਸੀਂ ਫਿਰ ਰੋਟੀਆਂ ਚੰਗੀਆਂ ਉੱਥੋਂ ਖਾਧੀਆਂ। ਰੋਟੀਆਂ ਖਾ ਕੇ ਤੇ ਉੱਥੇ ਅਨਾਉਂਸਮੈਂਟ ਹੁੰਦੀ ਪਈ। ਗੱਡੀ ਕਾਫੀ ਦੇਰ ਖਲੋਤੀ ਰਹੀ ਉੱਥੇ, ਘੰਟਾ 2 ਤੇ ਗੱਡੀ ਖਲੋਤੀ ਸਹੀ। ਤੇ ਉੱਥੇ ਅਨਾਉਂਸਮੈਂਟ ਹੁੰਦੀ ਪਈ ਸਟੇਸ਼ਨ 'ਤੇ ਵੀ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਵਿਛੜ ਗਿਆ ਤੇ ਉਹ ਆਪਣਾ ਇੱਥੇ ਆਪ ਨਾਮ ਦੱਸੋ ਤੇ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਤੁਹਾਡੇ ਬੰਦੇ ਕਿੱਥੇ ਕਿੱਥੇ ਹੈਗੇ ਨੇ। ਸਾਨੂੰ ਅਸੀਂ ਜਿਹੜੇ ਇੱਥੇ ਆਏ ਨੇ ਸਾਨੂੰ ਉਹ ਦੱਸ ਗਏ ਨੇ ਵੀ ਅਸੀਂ ਇੱਥੇ ਹੈਗੇ ਜੇ, ਜੇ ਕੋਈ ਸਾਡਾ ਰਿਸ਼ਤੇਦਾਰ ਆਵੇ ਤੇ। ਉੱਥੇ ਫਿਰ ਸਾਨੂੰ ਅਨਾਉਂਸਮੈਂਟ ਹੋਈ ਵੀ ਦੂਜਾ ਸਾਡੀ ਮਾਂ ਤੇ ਸਾਡੀ ਭੈਣ ਤੇ ਭਰਾ ਉਹ ਇੱਥੇ ਕੈਂਪ 'ਚ ਰਹਿੰਦੇ ਨੇ। ਤੇ ਉਹ ਫਿਰ ਅਸੀਂ ਉਹਨਾਂ ਪਿਤਾ ਜੀ ਨੇ ਸਾਡੇ ਨੇ ਕਿਹਾ ਵੀ ਸਾਨੂੰ ਉਹਨਾਂ ਮਿਲਾਓ। ਉਹਨਾਂ ਫਿਰ ਸੱਦਿਆ ਤੇ ਉੱਥੇ ਫਿਰ ਅਸੀਂ ਮਿਲੇ ਉਹਨਾਂ। ਫਿਰ ਅਸੀਂ ਸਾਰਾ ਟੱਬਰ ਇਕੱਠੇ ਹੋ ਗਏ। ਤਾਂ ਬਹੁਤ ਦਿਨਾਂ ਬਾਅਦ ਇਕੱਠੇ ਹੋ ਕੇ ਤੇ ਗੱਡੀ ਚੜ੍ਹ ਗਏ। ਉੱਥੋਂ ਫਿਰ ਅਸੀਂ ਆਏ ਜਗਾਦਰੀ। ਜਗਾਦਰੀ ਸਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਰਹਿੰਦਾ ਸੀ। ਅਸੀਂ ਕਿਹਾ ਚਲੋ ਉਹਨਾਂ ਕੋਲ ਚੱਲਦੇ ਹਾਂ, ਹਫ਼ਤਾ 10 ਰਹਿੰਦੇ ਹਾਂ, ਫਿਰ ਵੇਖਦੇ ਹਾਂ ਕੀ ਕਰਨਾ ਹੈ। ਤੇ ਤੁਹਾਨੂੰ ਪਤਾ ਕਿਵੇਂ ਸੀਗਾ? ਪਤਾ ਕੋਈ ਨਹੀਂ ਵੀ ਕਿੱਧਰ ਨੂੰ ਜਾਣਾ, ਕਿੱਥੇ ਰਹਿਣਾ, ਕੀ ਗੱਲ ਹੈ। ਭੁੱਖੇ ਨੰਗੇ ਪੁਰੇ ਪਾਣੇ ਕੱਛੇ ਬਣਾਉਣ ਨਾਲ ਅਸੀਂ ਨਿਕਲੇ ਸਾਂ, ਛੋਟੇ ਛੋਟੇ ਹੈਗੇ ਸਾਂ। ਪਰ ਤੁਸੀਂ ਉਦੋਂ ਦੱਸਿਆ ਸੀ ਨਾ ਕਿ ਤੁਹਾਡੀ ਮੰਮੀ ਤੇ ਵੀ ਗੋਲੀ ਚੱਲੀ ਸੀਗੀ ਪਰ ਅੱਗੇ ਕੱਟਾ ਆ ਗਿਆ ਸੀ। ਹਾਂ, ਉਹ ਜਿਸ ਲਈ ਉੱਥੋਂ ਗੱਡੀ ਉੱਥੋਂ ਸਾਡੀ ਮੰਮੀ ਤੇ ਦੂਜਾ ਭੈਣ ਸਾਡੀ ਤੇ ਉਹ ਉੱਥੇ ਜਾਂਦੇ ਪਏ ਸੀ ਨਾ ਤੇ ਰਾਹ 'ਚ ਫੌਜ ਉਹਨਾਂ ਦੀ ਖਲੋਤੀ ਸੀ, ਮਿਲਟਰੀ ਖਲੋਤੀ। ਉਹਨਾਂ ਨੇ ਕਿਹਾ ਵੀ ਆਪਣਾ ਗੋਲੀ ਮਾਰੋ ਇਹਨਾਂ ਨੂੰ, ਇਹ ਭੱਜੇ ਜਾਂਦੇ ਨੇ ਜਿਹੜੇ। ਉਹਨਾਂ ਗੋਲੀ ਮਾਰੀ ਤੇ ਪਹਿਲੀ ਗੋਲੀ ਦੇ ਕੱਟੇ ਨੂੰ ਵੱਜੀ। ਫਿਰ ਇਹ ਕੁੱਤੇ ਨੂੰ ਮਾਰੀ 2 ਗੋਲੀਆਂ। ਉਹ ਤੀਜੀ ਮਰ ਲੱਗਾ ਤੇ ਬੰਦਾ ਇੱਕ ਉਹਦੇ ਨਾਲ ਸੀ, ਕਹਿਣ ਲੱਗਾ ਗੱਲ ਸੁਣ, ਇਹ ਤੂੰ ਅੱਗੇ 2 ਗੋਲੀਆਂ ਚਲਾਈਆਂ ਨੇ ਤੇ ਉਹ ਮਰੇ ਨਹੀਂਗੇ ਤੇ ਚੱਲ ਤੂੰ ਜਾਣ ਦੇ। ਤੇ ਦੂਜਾ ਮਾਤਾ ਹੈਗੀ ਏ ਨਾਲ 2 ਬੱਚੇ ਸੂ ਤੇ ਤੂੰ ਇੱਕ ਗੋਲੀ ਨਾ ਚਲਾਈ। ਉਹਨੇ ਉਹਨੂੰ ਰੋਕਿਆ ਤੇ ਫਿਰ ਉੱਥੋਂ ਸਾਡੀ ਮਾਤਾ ਨਿਕਲੀ। ਉਹ ਵੱਖਰੀ ਆਈ, ਉਹ ਕਿਸੇ ਹੋਰ ਸਾਡੀ ਗਲੀ ਦੇ ਬੰਦੇ ਸਨ ਕੁਝ ਉਹਨਾਂ ਨਾਲ, ਉਹ ਵੱਖਰੇ ਆਏ ਤੇ ਅਸੀਂ ਆਏ ਵੱਖਰੇ। ਇੱਥੇ ਆ ਕੇ ਇਕੱਠੇ ਹੋ ਗਏ ਸੀ। ਪਰ ਸ਼ੁਕਰ ਹੈ ਨਾਨੀ ਜੀ, ਕਿੰਨਾ ਸਟਰਗਲ ਹੈ। ਮਤਲਬ ਐਵੇਂ ਉੱਥੋਂ ਇਕੱਲੇ ਆਣਾ ਤਾਂ ਫਿਰ ਇੱਥੇ ਇਕੱਠੇ ਹੋਣਾ। ਬਿਲਕੁਲ ਨਾਨੂ ਜੀ ਬਰੇ ਬੋਏ। ਤੇ ਉਹ ਉੱਥੋਂ ਫਿਰ ਅਸੀਂ ਜਗਾਦਰੀ ਜਿਹਨੇ ਚਲੇ ਗਿਆ ਤੇ ਜਗਾਦਰੀ ਉੱਥੇ ਅਸੀਂ 15 ਦਿਨ ਰਹੇ। ਉੱਥੇ ਸਾਡਾ ਇੱਕ ਭਰਾ ਸੀ ਦੂਜਾ, ਉਹ ਟੈਕਨੀਕਲ ਆਦਮੀ ਸੀਗਾ ਤੇ ਉਹਨੂੰ ਤੇ ਉੱਥੇ ਸ਼ੂਗਰ ਮਿਲ ਜਗਾਦਰੀ ਜਗ੍ਹਾ ਮਿਲ ਗਈ। ਬਾਕੀ ਜੇ ਉੱਥੇ ਜਗ੍ਹਾ ਕੋਈ ਨਹੀਂ ਸੀ ਹੈਗੀ। ਉਹ ਫਿਰ ਹਫ਼ਤਾ 10 ਦਿਨ ਸਾਡੇ ਰਿਸ਼ਤੇਦਾਰਾਂ ਨੇ ਰੱਖਿਆ। ਤੇ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਗੱਲ ਸੁਣੋ ਵੀ ਇੱਥੇ ਨਾ ਕੁਰੂਕਸ਼ੇਤਰ ਕੈਂਪ ਲੱਗਾ ਜੀ, ਤੁਸੀਂ ਕੈਂਪੇ ਚਲੇ ਜਾਓ। ਉੱਥੇ ਗੌਰਮੈਂਟ ਸਭ ਕੁਝ ਦਿੰਦੀ ਪਈ ਹੈ, ਖਾਣ ਪੀਣ ਨੂੰ ਵੀ ਦਿੰਦੀ ਹੈ, ਬਿਸਤਰੇ ਵੀ ਦਿੰਦੀ ਹੈ। ਅੱਗੋਂ ਠੰਡ ਆ ਗਈ, ਸਰਦੀਆਂ ਦਾ ਮੌਸਮ ਸੀ ਤੇ ਅਸੀਂ ਕੁਰੂਕਸ਼ੇਤਰ ਚਲੇ ਗਏ। ਕੁਰੂਕਸ਼ੇਤਰ ਜਾ ਕੇ ਤੇ ਉਹਨਾਂ ਨੂੰ ਜਾ ਕੇ ਦੱਸਿਆ ਵੀ ਅਸੀਂ ਇੰਨੇ ਜੀ ਹਾਂ ਤੇ ਉਹਨਾਂ ਨੇ ਸਾਨੂੰ ਟੈਂਟ ਦੇ ਦਿੱਤਾ। ਉੱਥੇ ਅੱਗੇ ਵੀ ਟੈਂਟ ਬਣਦੇ ਪਏ ਸਨ। ਉੱਥੇ ਬੜਾ ਤਗੜਾ ਕੈਂਪ ਲੱਗਾ ਸੀ। ਗੌਰਮੈਂਟ ਉੱਥੇ ਖਾਣੇ ਵੀ ਦਿੰਦੀ ਸੀ, ਰਾਸ਼ਨ ਦੇ ਜਾਂਦੀ ਸੀ ਤੇ ਆਪਣਾ ਰਜਾਈਆਂ ਦੇ ਦਿੱਤੀਆਂ, ਕੱਪੜੇ ਗਰਮ ਦੇ ਦਿੱਤੇ ਸਾਨੂੰ ਤੇ ਚਲੋ ਅਸੀਂ ਉੱਥੇ ਰਹਿਣ ਲੱਗ ਪਏ। ਉੱਥੇ 15-20 ਦਿਨ, ਮਹੀਨਾ 2 ਮਹੀਨੇ ਉੱਥੇ ਰਹੇ ਅਸੀਂ। ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਉਹ ਇੱਥੇ ਨਾ ਪਿਤਾ ਹੀ ਕਹਿਣ ਲੱਗੇ ਵੀ ਇੱਥੇ ਨਾ ਇੰਪਲੋਇਮੈਂਟ ਐਕਸਚੇਂਜ ਕੋਈ ਖੁੱਲ੍ਹਾ ਹੈ। ਤੇ ਉਹਨਾਂ ਨੇ ਕਿਹਾ ਵੀ ਸਰਕਾਰੀ ਜਿਹੜੇ ਬੰਦੇ ਨੇ ਨਾ ਉੱਧਰ ਨੌਕਰੀਆਂ ਕਰਦੇ
ਉਹ ਆਪਣਾ ਆਪਣਾ ਇੱਥੇ ਨਾਂ ਲਿਖਾਓ ਤੇ ਅਸੀਂ ਉਹਨਾਂ ਨੂੰ ਉਸ ਮਹਿਕਮੇ ਦੇ ਵਿੱਚ ਨੌਕਰੀਆਂ ਦੇਵਾਂਗੇ। ਅੱਛਾ ਉਹ ਪਿਤਾ ਹੀ ਸਾਡੇ ਚਲੇ ਗਏ, ਉਹਨਾਂ ਜਾ ਕੇ ਲਿਖਾਤਾ ਵੀ ਮੈਂ ਉੱਥੇ ਪਟਵਾਰੀ ਲੱਗਾ ਸੱਜੇ ਹਾਂ ਤੇ ਸ਼ੇਖਪੁਰੇ ਅਸੀਂ ਆਏ ਆ ਤੇ ਇਹ ਮੇਰਾ ਨਾਂ ਹੈ ਤੇ ਉਹਨਾਂ ਨੇ ਨਾਂ ਦਰਜ ਕਰ ਲਿਆ। ਤੇ ਉਹ ਕਹਿਣ ਲੱਗੇ ਜੀ ਗੱਲ ਇਹ ਆ ਵੀ ਜਦੋਂ ਕੋਈ ਜਗ੍ਹਾ ਸਾਡੇ ਕੋਲ ਨਿਕਲੇਗੀ ਤੇ ਤੁਹਾਨੂੰ ਅਸੀਂ ਇਤਲਾਹ ਦੇ ਦਿਆਂਗੇ। ਉਹ ਹਫ਼ਤੇ ਬਾਅਦ ਹੀ ਨਾ ਉਹਨਾਂ ਨੂੰ ਸੱਦ ਲਿਆ, ਕਹਿਣ ਲੱਗੇ ਵੀ ਜਾਂਦੇ ਆ ਵੀ ਤੁਸੀਂ ਨਾ ਫਾਜ਼ਿਲਕਾ ਅਬੋਹਰ ਦੇ ਕੋਲ ਹੈਗਾ ਜੇ ਤੇ ਉੱਥੇ ਤੁਹਾਡੀ ਨਿਕਲੀਆਂ ਹੋਈਆਂ ਨੇ ਤੇ ਤੁਹਾਨੂੰ ਉੱਥੇ ਪੋਸਟ ਮਿਲਦੀ ਪਈ ਜੇ ਲੈਣੀ ਜੇ ਤੇ ਤੁਸੀਂ ਗੱਲ ਕਰੋ। ਉਹ ਕਹਿਣ ਲੱਗੇ ਜੀ ਠੀਕ ਹੈ ਅਸੀਂ ਚਲੇ ਜਾਂਦੇ ਹਾਂ। ਉਹਨਾਂ ਨੇ ਲੈਟਰ ਦੇ ਦਿੱਤਾ, ਕਹਿਣ ਲੱਗੇ ਜੀ ਆ ਕੇ ਉੱਥੇ ਜਾ ਕੇ ਉਹਨਾਂ ਨੂੰ ਅਫਸਰ ਮਿਲ ਲਓ ਤੇ ਤੁਹਾਨੂੰ ਉੱਥੇ ਦੇ ਦੇਣਗੇ। ਅੱਛਾ ਉਹ ਆਏ ਤੇ ਕਹਿਣ ਲੱਗੇ ਵੀ ਮੈਨੂੰ ਤੇ ਮਿਲ ਗਈ ਨੌਕਰੀ ਤੇ ਹੁਣ ਮਾਂ ਸਾਡੀ ਕਹਿਣ ਲੱਗੀ ਵੀ ਅਸੀਂ ਹੁਣ ਕੀ ਕਰੀਏ। ਉਹ ਕਹਿਣ ਲੱਗੇ ਵੀ ਤੁਸੀਂ ਅਜੇ ਰਹੋ ਤੇ ਮੈਂ ਜਾਣਾ ਵਾਂ ਜਾ ਕੇ ਵੇਖਣਾ ਚਾਹੁੰਦਾ ਵਾਂ ਤੇ ਜਾ ਕੇ ਤੁਹਾਡਾ ਬੰਦੋਬਸਤ ਉੱਥੇ ਕਰਨੇ ਆ ਤੇ ਜਿਸ ਦੇ ਇੰਤਜ਼ਾਮ ਕੋਈ ਹੋ ਜਾਏਗਾ ਤੇ ਫਿਰ ਮੈਂ ਤੁਹਾਨੂੰ ਵੀ ਨਾਲ ਲੈ ਜਾਵਾਂਗਾ। ਤੁਸੀਂ ਕੈਂਪ 'ਚ ਹੀ ਰਹੇ ਸੀ? ਅਸੀਂ ਫਿਰ ਉਹਨਾਂ ਚਿਰ ਕੈਂਪ 'ਚ ਰਹੇ। ਉਹ 3-4 ਮਹੀਨੇ ਬਾਅਦ ਉੱਥੋਂ ਆਏ। 4 ਮਹੀਨੇ ਸਾਰਾ ਉੱਥੋਂ ਉੱਥੇ ਜਿੱਥੇ ਮਿਲੀ ਸੀ ਨੌਕਰੀ ਤੇ ਉੱਥੇ ਕਰ ਕਰੋ ਕਿਤੇ ਉਹਨਾਂ ਇੰਤਜ਼ਾਮ ਕੀਤਾ ਤੇ ਮਕਾਨ ਕਿਰਾਏ ਤੇ ਲੈ ਲਿਆ ਤੇ ਫਿਰ ਸਾਨੂੰ ਲੈ ਗਏ। ਪਰ ਫਿਰ ਅਸੀਂ ਉੱਥੇ ਰਹਿੰਦੇ ਰਹੇ ਤੇ ਉੱਥੇ ਹੀ ਅਸੀਂ ਦਾਖਲ ਹੋਏ। ਮੈਂ ਚੌਥੀ 'ਚ ਦਾਖਲ ਉੱਥੇ ਹੋਇਆ। ਚੌਥੀ 4 ਜਮਾਤ ਚੌਥੀ 'ਚ ਮੈਂ ਪੜ੍ਹਦਾ ਸੀ ਉੱਥੇ। ਇੱਥੇ ਆ ਕੇ ਵੀ ਚੌਥੀ 'ਚ ਜਾ ਕੇ ਅੱਛਾ ਤੁਸੀਂ ਚੌਥੀ ਅੱਧੀ ਛੱਡਤੀ ਸੀਗੀ ਉੱਥੇ? ਅੱਧੀ ਚੌਥੀ ਕੀਤੀ ਸੀ ਨਾ, ਅਜੇ ਪੂਰੀ ਨਹੀਂ ਸੀ ਹੋਈ। ਇੱਥੇ ਆ ਕੇ ਵੀ ਚੌਥੀ 'ਚ ਉਹਨਾਂ ਦਾਖਲ ਕਰਕੇ ਤੇ ਅਸੀਂ ਪੜ੍ਹਨਾ ਸ਼ੁਰੂ ਕਰ ਦਿੱਤਾ। 10 ਸਾਲ ਅਸੀਂ ਉੱਥੇ ਰਹੇ ਹਾਂ ਫਾਜ਼ਿਲਕਾ। ਅੱਛਾ ਤੇ ਉੱਥੇ ਫਿਰ 10ਵੀਂ ਕਰਕੇ ਤੇ ਸਾਡੀ ਟ੍ਰਾਂਸਫਰ ਫਿਰੋਜ਼ਪੁਰ ਹੋ ਗਈ। ਅੱਛਾ ਫਿਰ ਅਸੀਂ ਫਿਰੋਜ਼ਪੁਰ ਆ ਗਏ ਸਾਰੇ। ਉੱਥੇ ਸਾਨੂੰ ਮਕਾਨ ਮਿਲਿਆ ਸੀਗਾ ਜਿਹੜਾ ਕਿਰਾਏ ਤੇ ਅਸੀਂ ਛੱਡ ਦਿੱਤਾ। ਅਸੀਂ ਅੰਮ੍ਰਿਤਸਰ ਆ ਗਏ ਨਾ, ਉੱਥੇ ਫਿਰੋਜ਼ਪੁਰ ਆ ਗਏ। ਫਿਰੋਜ਼ਪੁਰ ਸਾਨੂੰ ਨਾ ਉੱਥੋਂ ਕੋਈ ਮੁਸਲਮਾਨਾਂ ਦਾ ਮਕਾਨ ਸੀਗਾ। ਉਹ ਸਾਨੂੰ ਕਹਿਣ ਲੱਗੇ ਮਹਿਕਮੇ ਵਾਲੇ ਵੀ ਤੁਸੀਂ ਕੋਈ ਮਕਾਨ ਮੰਨ ਲਓ ਜਿਹੜਾ ਤੁਹਾਨੂੰ ਮਿਲ ਜਾਵੇ, ਤੁਸੀਂ ਮਕਾਨ ਮੰਨ ਲਓ। ਐਵੇਂ ਜਾ ਕੇ ਮਤਲਬ ਕੋਈ ਵੀ ਰਹਿਣ ਲੱਗਾ? ਜਿਹੜਾ ਮਰਜ਼ੀ ਮਕਾਨ ਖਾਲੀ ਵੇਦਾ ਜਿਹਨੂੰ ਉੱਥੇ ਵੜ ਜਾਓ ਤੇ ਸਾਨੂੰ ਤੁਸੀਂ ਦੱਸ ਦਿਓ ਤੇ ਅਸੀਂ ਤੁਹਾਡੇ ਨਾਂ ਤੇ ਕਰ ਦਿੰਦੇ ਹਾਂ। ਅੱਛਾ ਉੱਥੇ ਫਿਰ ਮਕਾਨ ਅਸੀਂ ਫਿਰੋਜ਼ਪੁਰ ਸ਼ਹਿਰ ਮੋਰੀ ਗੇਟ ਉੱਥੇ ਇੱਕ ਮਕਾਨ ਸਾਨੂੰ ਮਿਲ ਗਿਆ ਤੇ ਉੱਥੇ ਫਿਰ ਅਸੀਂ 10 ਸਾਲ ਰਹਿੰਦੇ ਰਹੇ ਫਿਰੋਜ਼ਪੁਰ। ਉੱਥੇ ਫਿਰ ਅਸੀਂ ਟ੍ਰੇਨਿੰਗ ਲਈ ਟੈਕਨੀਕਲ ਤੇ ਉਸ ਤੋਂ ਬਾਅਦ ਫਿਰ ਅਸੀਂ ਅੰਮ੍ਰਿਤਸਰ ਪਤਾ ਨੌਕਰੀ ਨਿਕਲੀ ਸਾਡੀ ਰੇਲਵੇ ਦੇ ਵਿੱਚ। ਮੈਂ ਤੇ ਰੇਲਵੇ 'ਚ ਭਰਤੀ ਹੋ ਗਿਆ। ਮੇਰਾ ਵੱਡਾ ਜਿਹੜਾ ਸੀਗਾ ਨਹਿਰ ਦੇ ਮਹਿਕਮੇ ਵਿੱਚ ਭਰਤੀ ਹੋ ਗਿਆ। ਅੱਛਾ ਉਦੋਂ ਨੌਕਰੀਆਂ ਤਕਰੀਬਨ ਆਮ ਮਿਲ ਜਾਂਦੀਆਂ ਸਨ, ਖਾਲੀ ਪਈਆਂ ਸਨ ਜਿਹੜੀਆਂ। ਉਸ ਤੋਂ ਬਾਅਦ ਫਿਰ ਬਸ ਇੱਥੇ ਅੰਮ੍ਰਿਤਸਰ ਅਸੀਂ ਆ ਗਏ ਤੇ ਬਸ ਰਿਟਾਇਰਮੈਂਟ ਸਾਡੀ ਅੰਮ੍ਰਿਤਸਰ ਹੀ ਹੋਈ ਹੈ। ਅੱਛਾ ਅਸੀਂ ਇੱਥੇ ਹੁਣ ਅੰਮ੍ਰਿਤਸਰ ਨਹੀਂ ਪਏ। ਪਰ ਨਾਨੂ ਜੀ ਮਤਲਬ ਉੱਥੋਂ ਆਣਾ ਕਿੰਨਾ ਟਫ ਹੈਗਾ ਨਾ, ਤੇ ਸਭ ਦੇਖਣਾ ਤੇ ਆਪਣੇ ਫੈਮਿਲੀ ਤੋਂ ਦੂਰ ਹੋਣਾ। ਇਹ ਹੈ ਵੀ ਪ੍ਰਮਾਤਮਾ ਨੇ ਇਹ ਹੈ ਵੀ ਜੀ ਸਾਡੇ ਪੂਰੇ ਲੈ ਆਂਦੇ ਤੇ ਉੱਥੇ ਨੁਕਸਾਨ ਕੋਈ ਨਹੀਂ ਹੋਇਆ। ਬਾਕੀ ਆਮ ਤੌਰ ਤੇ ਜਿਹੜੇ ਉੱਥੋਂ ਆਏ ਬੰਦੇ ਕਿਸੇ ਦਾ 4 ਬੰਦੇ ਉੱਥੇ ਰਹਿ ਗਏ, ਕਿਸੇ ਦੇ 5 ਰਹਿ ਗਏ, ਕਿਸੇ ਦੇ 2 ਰਹਿ ਗਏ। ਵੱਢ ਟੁੱਕ ਪਈ ਸੀ, ਪਤਾ ਨਹੀਂ ਮਰੇ ਨੇ ਕਿ ਜਿਉਂਦੇ ਨੇ, ਕਿਸੇ ਨੂੰ ਕੋਈ ਪਤਾ ਨਹੀਂ ਗਾ ਕਿ ਕੀ ਹੈਗਾ ਤੇ ਕੀ ਨਹੀਂ। ਪਰ ਇਹ ਹੈ ਵੀ ਕੁਦਰਤ ਨੇ, ਰੱਬ ਨੇ ਸਾਨੂੰ ਟੱਬਰ ਸਾਰਾ ਜਿਹੜਾ ਸੇਫ ਰੱਖਿਆ। ਅਸੀਂ ਇੱਥੇ ਆ ਕੇ ਚਲੋ ਰਹਿੰਦੇ ਪਏ। ਹੁਣ ਸਾਡੇ ਨਾਲ ਆ ਗਏ ਮਜ਼ੇ ਕਰ ਰਹੇ ਨਾਨੂ ਜੀ। ਨਾਨੀ ਮਾਂ ਮੇਰੀ ਅੰਦਰ ਆਰਾਮ ਨਾਲ ਮੂਵੀਆਂ ਦੇਖ ਰਹੀ ਹੈ। ਨਾਨੀ ਨੂੰ ਮੂਵੀਆਂ ਦਾ ਸ਼ੌਂਕ ਹੈ। ਨਾਨੂ ਜੀ ਜਾ ਰਹੇ ਸੀ ਸੈਰ ਤੇ, ਮੈਂ ਕਿਹਾ ਨਾਨੂ ਜੀ ਯਾਰ ਮੈਨੂੰ ਉਹ ਦੱਸ ਕੇ ਜਾਓ ਜਿਹੜੀ ਤੁਸੀਂ ਪਿਛਲੀ ਵਾਰ ਦੱਸੀ ਸੀ ਸਾਨੂੰ ਸਟੋਰੀ। ਫਿਰ ਨਾਨੂ ਜੀ ਨੂੰ ਮੈਂ ਜ਼ਬਰਦਸਤੀ ਬਿਠਾਇਆ, ਬੜੇ ਸ਼ਰਮਾ ਰਹੇ ਸੀ, ਪਰ ਨਾਨੂ ਜੀ ਤੁਸੀਂ ਵਧੀਆ ਇੱਕਦਮ ਟਿਚ ਕਰਕੇ ਸਟੋਰੀ ਆਪਣੀ ਦੱਸੀ ਹੈ। ਵੈਰੀ ਨਾਈਸ। ਠੀਕ ओके तो फिर बस इस वीडियो च इन्ना ही। अगर तुहानू ये वीडियो अच्छी लगी हो तो प्लीज़ लाइक शेयर एंड सबसक्राइब माई चैनल। टिल दैन बाय कर दो नानी जी। गुड बाय।